नमस्कार, ये है साइबर अपराध के खिलाफ डीडी न्यूज़ ਦਾ ਹੱਲਾ ਬੋਲ। ਤੁਹਾਡੇ ਨਾਲ ਮੈਂ ਹਾਂ ਮਮਤਾ ਚੋਪੜਾ। ਦਿਨੋ ਦਿਨ ਜਿਸ ਤਰ੍ਹਾਂ ਨਾਲ ਸਾਈਬਰ ਅਪਰਾਧ ਵੱਧ ਰਹੇ ਨੇ ਔਰ ਅਜਿਹੇ 'ਚ ਇਹ ਚਿੰਤਾ ਦਾ ਵਿਸ਼ਾ ਸਾਡੇ ਸਾਰਿਆਂ ਲਈ ਬਣਿਆ ਹੋਇਆ ਹੈ ਤੇ ਅਜਿਹੇ 'ਚ ਸਾਡੀ ਸਰਕਾਰ ਆਪਣੀ ਤਰਫੋਂ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹੇ ਹਾਲਾਤ 'ਚ ਸਾਈਬਰ ਅਪਰਾਧ ਦੇ ਖਿਲਾਫ ਇੱਕ ਹੀ ਕਾਰਗਰ ਹਥਿਆਰ ਹੈ, ਉਹ ਹੈ ਸਾਡੀ ਜਾਗਰੂਕਤਾ। ਜੇਕਰ ਰਹਿਣਾ ਚਾਹੁੰਦੇ ਹੋ ਸੁਚੇਤ ਤਾਂ ਰਹਿਣਾ ਹੋਵੇਗਾ ਸਾਈਬਰ ਅਲਰਟ। ਸਾਈਬਰ ਅਪਰਾਧੀ ਹਰ ਰੋਜ਼ ਸਾਈਬਰ ਠੱਗੀ ਦਾ ਕੋਈ ਨਵਾਂ ਤਰੀਕਾ ਲੱਭ ਲੈਂਦੇ ਨੇ ਕਿਉਂ ਜੋ ਜ਼ਿਆਦਾਤਰ ਫਰਾਡ ਫੋਨ ਕਾਲ ਤੋਂ ਇਲਾਵਾ ਤੁਹਾਡੇ SMS, ਈਮੇਲਸ ਜਾਂ ਐਪ ਦੀ ਮਦਦ ਨਾਲ ਹੁੰਦੇ ਨੇ। ਇਸ ਲਈ ਅੱਜ ਦੇ ਪ੍ਰੋਗਰਾਮ 'ਚ ਅਸੀਂ ਚੁੱਕਾਂਗੇ ਉਹ ਸਵਾਲ ਜਿਹੜੇ ਆਮ ਤੌਰ ਤੇ ਹਰ ਚੌਕਸ ਸਾਈਬਰ ਦੀ ਵਰਤੋਂ ਕਰਨ ਵਾਲੇ ਦੇ ਮਨ ਵਿੱਚ ਹੁੰਦਾ, ਜਿਵੇਂ ਫੇਕ ਈਮੇਲ ਨੂੰ ਉਹ ਕਿਵੇਂ ਪਛਾਣਨ, ਫੇਕ ਸੁਨੇਹਿਆਂ ਜਾਂ ਫੇਕ ਐਪਸ ਦੀ ਪਛਾਣ ਕਿਸ ਤਰ੍ਹਾਂ ਨਾਲ ਕਰਨ ਅਤੇ ਇੱਕ ਹੋਰ ਸਵਾਲ ਕਿ ਸਾਡਾ ਮੋਬਾਈਲ ਫੋਨ ਵੀ ਸਾਡੀਆਂ ਗੱਲਾਂ ਸੁਣਦਾ ਹੈ। ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣਗੇ ਇਸੇ ਪ੍ਰੋਗਰਾਮ। ਤੁਹਾਡਾ ਫੋਨ ਤੁਹਾਡੇ ਬਾਰੇ ਵਿੱਚ ਜੋ ਕੁਝ ਜਾਣਨ ਲਈ ਲਾਇਕ ਹੈ ਉਹ ਤਕਰੀਬਨ ਸਭ ਕੁਝ ਜਾਣਦਾ ਹੈ। ਤੁਸੀਂ ਕਿੱਥੇ ਕੰਮ ਕਰਦੇ ਹੋ, ਕਿੱਥੇ ਰਹਿੰਦੇ ਹੋ, ਕਿਵੇਂ ਸਫ਼ਰ ਕਰਦੇ ਹੋ, ਕਿਸ ਵਾਹਨ ਰਾਹੀਂ ਯਾਤਰਾ ਕਰਦੇ ਹੋ, ਤੁਹਾਡੇ ਦੋਸਤ ਕੌਣ ਨੇ, ਤੁਸੀਂ ਆਪਣੀ ਈਮੇਲ ਜਾਂ SMS ਤੇ ਕੀ ਕੁਝ ਲਿਖਦੇ ਹੋ, ਐਕਸੈਟਰਾ ਐਕਸੈਟਰਾ। ਵੈਸੇ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਫੋਨ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ? ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਅਜਿਹਾ ਕਿਵੇਂ ਜਿਸ ਵਿਸ਼ੇ ਨੂੰ ਲੈ ਕੇ ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਸੀ ਉਸ ਨਾਲ ਜੁੜੇ ਆਫਰ ਵੈਬਸਾਈਟ ਅਚਾਨਕ ਤੁਹਾਡੇ ਬ੍ਰਾਊਜ਼ਰ 'ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ। ਅਸਲ 'ਚ ਇਹ ਸੱਚ ਹੈ, ਤੁਹਾਡਾ ਫੋਨ ਤੁਹਾਡੀਆਂ ਗੱਲਾਂ ਸੁਣਦਾ ਹੈ ਅਤੇ ਇਸ ਦੀ ਪਰਮਿਸ਼ਨ ਵੀ ਤਾਂ ਤੁਸੀਂ ਹੀ ਦਿੱਤੀ ਹੈ। ਸਰਪ੍ਰਾਈਜ਼! ਇੱਥੇ ਗੱਲ ਆਉਂਦੀ ਹੈ ਐਪਸ ਦੀ। ਆਪਣੀ ਫੋਨ 'ਚ ਜੇ ਤੁਸੀਂ ਗਿਣੋਗੇ ਤਾਂ ਪਾਓਗੇ ਦੁਨੀਆ ਭਰ ਦੇ ਐਪਸ ਤੁਸੀਂ ਡਾਊਨਲੋਡ ਕੀਤੇ ਹੋਏ ਨੇ। ਹਾਂ ਮੰਨਿਆ ਹੈ ਕਿ ਜ਼ਰੂਰੀ ਨੇ ਇਹ ਐਪਸ। ਇਸ ਨਾਲ ਕੰਮ ਕਿੰਨਾ ਸੁਖਾਲਾ ਹੋ ਜਾਂਦਾ ਹੈ ਤੇ ਫ੍ਰੀ ਵਿੱਚ ਵੀ ਮਿਲ ਜਾਂਦੇ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਐਪ ਹਨ, ਪਰ ਸੱਚ ਇਹ ਹੈ ਕਿ ਕੁਝ ਵੀ ਮੁਫਤ ਵਿੱਚ ਨਹੀਂ ਮਿਲਦਾ। ਤਾਂ ਇਹ ਐਪਸ ਤੁਹਾਡੇ ਤੋਂ ਕੀ ਲੈ ਰਹੇ ਨੇ? ਤੁਹਾਡੀ ਜਾਣਕਾਰੀ, ਤੁਹਾਡਾ ਡਾਟਾ। ਕੋਈ ਘੱਟ ਲੈਂਦਾ ਹੈ, ਕੋਈ ਜ਼ਿਆਦਾ ਲੈਂਦਾ ਹੈ ਤੇ ਕੋਈ ਬਹੁਤ ਜ਼ਿਆਦਾ, ਇੰਨਾ ਜ਼ਿਆਦਾ ਕਿ ਉਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਚਲੋ ਹੈਰਾਨ ਪਰੇਸ਼ਾਨ ਲਈ ਤਿਆਰ ਹੋ ਜਾਓ। ਉਦਾਹਰਨ ਦੇ ਲਈ ਮੈਂ ਫੇਸਬੁੱਕ ਤੋਂ ਸ਼ੁਰੂਆਤ ਕਰਦੀ ਹਾਂ। ਫੇਸਬੁੱਕ ਤੁਹਾਨੂੰ ਆਪਣੀ ਸਾਰੇ ਐਪਸ ਤੇ ਵੈਬਸਾਈਟ ਤੇ ਟਰੈਕ ਕਰਦਾ ਹੈ। ਜਦੋਂ ਤੁਸੀਂ ਫੇਸਬੁੱਕ ਲੌਗ ਆਫ ਕਰਦੇ ਹੋ ਉਦੋਂ ਵੀ ਇਹ ਤੁਹਾਨੂੰ ਟਰੈਕ ਕਰਦਾ ਹੈ। ਇਹ ਐਪਸ ਤੁਹਾਡੇ ਤੋਂ ਤਕਰੀਬਨ ਹਰ ਤਰ੍ਹਾਂ ਦੀ ਪਰਮਿਸ਼ਨ ਲੈਂਦਾ, ਕੈਮਰਾ, ਮਾਈਕ੍ਰੋਫੋਨ, ਇੰਟਰਨਲ ਸਟੋਰੇਜ, ਵਾਈਫਾਈ, ਲੋਕੇਸ਼ਨ ਆਦਿ। ਤੁਸੀਂ ਇਹਦੇ ਡਾਟਾ ਕਲੈਕਟਡ ਆਪਸ਼ਨ ਤੇ ਜਾਓ। ਇਹ ਤੁਹਾਡੇ ਸਾਰੇ ਕੰਟੈਕਟ, ਫੋਟੋਜ਼, ਵੀਡੀਓਜ਼, ਡਿਵਾਈਸ, ਆਡੀਓਜ਼, ਈਮੇਲਸ, ਇਸ ਦੇ ਨਾਲ SMS ਅਤੇ MMS ਤੱਕ ਵੀ ਲੈਂਦਾ ਹੈ ਤੇ ਬਾਕੀ ਇਨਅਪ ਸੁਨੇਹੇ ਵੀ ਦੇਖਦਾ ਹੈ। ਐਪ ਇੰਟਰੈਕਸ਼ਨ, ਇਨਅਪ ਸਰਚ ਹਿਸਟਰੀ ਜਿਹੜੇ ਇੰਸਟਾਲ ਕੀਤੇ ਗਏ ਨੇ ਜਾਂ ਫਿਰ ਯੂਜ਼ਰ ਜਨਰੇਟਡ ਕੋਈ ਵੀ ਕੰਟੈਕਟ, ਕੈਲੰਡਰ, ਇਵੈਂਟਸ, ਤੁਹਾਡੀਆਂ ਸਾਰੀਆਂ ਫਾਈਲਾਂ ਤੇ ਦਸਤਾਵੇਜ਼, ਇਥੋਂ ਤੱਕ ਕਿ ਮਾਲੀ ਲੈਣ ਦੇਣ ਵੀ, ਯਾਨੀ ਪੇਮੈਂਟ ਇਨਫੋਰਮੇਸ਼ਨ ਜੋ ਖਰੀਦਿਆ ਹੋਵੇਗਾ, ਪਰਚੇਸ ਹਿਸਟਰੀ, ਇਥੋਂ ਤੱਕ ਤੁਹਾਡਾ ਕ੍ਰੈਡਿਟ ਸਕੋਰ ਵੀ ਤੇ ਬਾਕੀ ਸਾਰੀਆਂ ਮਾਲੀ ਜਾਣਕਾਰੀਆਂ ਵੀ ਲੈਂਦਾ। ਇੰਨਾ ਹੀ ਨਹੀਂ, ਤੁਹਾਡੀ ਸਿਹਤ ਸੰਬੰਧੀ ਜਾਣਕਾਰੀ, ਫਿਟਨੈਸ ਇਨਫੋਰਮੇਸ਼ਨ, ਸਾਰੀਆਂ ਵਾਇਸ ਜਾਂ ਸਾਊਂਡ ਰਿਕਾਰਡਿੰਗ ਜਾਂ ਮਿਊਜ਼ਿਕ ਫਾਈਲ, ਸਾਰੀਆਂ ਬਾਕੀ ਆਡੀਓ ਫਾਈਲਾਂ, ਤੁਹਾਡੀ ਸਾਰੀ ਵੈਬ ਬਰਾਊਜ਼ਿੰਗ ਹਿਸਟਰੀ, ਐਪ ਇਨਫੋਰਮੇਸ਼ਨ, ਇਥੋਂ ਤੱਕ ਕਿ ਐਪ ਪਰਫਾਰਮੈਂਸ ਡਾਟਾ ਵੀ। ਅਤੇ ਫਿਰ ਆਉਂਦੀ ਹੈ ਵਿਅਕਤੀਗਤ ਜਾਣਕਾਰੀ ਜਿਨ੍ਹਾਂ ਵਿੱਚ ਸਿਰਫ ਨਾਮ, ਈਮੇਲ, ਫੋਨ ਨੰਬਰ, ਯੂਜ਼ਰ ਆਈਡੀ, ਐਡਰੈਸ ਹੀ ਸ਼ਾਮਿਲ ਨਹੀਂ ਹੈ। ਇਸ ਤੋਂ ਇਲਾਵਾ ਵੀ ਲੈਂਦਾ ਹੈ ਬਹੁਤ ਕੁਝ। ਤੁਹਾਡੀ ਸਿਆਸੀ ਤੇ ਧਾਰਮਿਕ ਵਿਚਾਰ, ਤੁਹਾਡੀ ਸੈਕਸ਼ੂਅਲ ਓਰੀਐਂਟੇਸ਼ਨ ਯਾਨੀ ਯੌਨ ਸੰਬੰਧੀ ਰੁਝਾਨ ਤੱਕ ਦੀ ਜਾਣਕਾਰੀ ਲੈਂਦਾ ਹੈ ਫੇਸਬੁੱਕ ਅਤੇ ਹੋਰ ਵੀ ਹਰ ਤਰ੍ਹਾਂ ਦੀ ਜਾਣਕਾਰੀ ਇਹ ਪ੍ਰਾਪਤ ਕਰਦਾ ਹੈ। ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਹੋਗੇ ਤਾਂ ਐਪ ਹਟਾ ਸਕਦਾ ਹੈ, ਪਰ ਸਾਡੇ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਇਸ ਪਾਸੇ ਧਿਆਨ भी ਦਿੰਦੇ ਨੇ। डेटा तो अपने आप में एक बिजनेस है और इससे बड़ा बिजनेस है ही नहीं। यदि आप गौर से देखें तो दुनिया की जो टॉप 10 रिचेस्ट कंपनीज हैं, इनके पास सबसे ज़्यादा पैसा है, वो हैं जो आपको फ्री प्रोडक्ट देते हैं, जो आपसे पैसा नहीं लेते। तो हर एक ऐप की सेटिंग्स है। आप फ़ोन के अंदर जाइए, किसको आपने कैमरा का एक्सेस दे रखा है। अभी आप देखना, आपने 5 एप्लीकेशन को कैमरा का एक्सेस होगा, OTP सारी ऐप पढ़ रही होंगी आपको। अब आपको एक बार OTP देना था उस ऐप को,
पर आपके बाकी सारे OTP वो पढ़ रही है। मतलब आपके फाइनेंशियल ट्रांजेक्शन, कैश विड्रॉल, आपने कब क्या किया, किस होटल में रुके, कहाँ क्या पेमेंट किया, आप ग्रॉसरी से क्या मंगाया, एवरीथिंग इज शेयर्ड विद एवरी एप्लीकेशन। सी दिस इज द डेटा। तो जब आपका पैटर्न ही पता पड़ गया, आपकी लोकेशन सारी आप ले रहे होंगे, आप जाके सेटिंग्स में जाइए, लोकेशन को एक्सेस देखिए किस किस को दे रखा है। कम से कम 15 ऐप के पास आपका लोकेशन है जो हर सेकंड की लोकेशन ले रहे हैं। तो आप खुद ही डेटा दिए जा रहे हैं। तो एक तो ये ऐप के थ्रू जाता है, दूसरा आपके लिंक क्लिक करने से जाता है, जो मैंने आपको बताया। कई बार हम खुद डेटा जगह जगह बांटते रहते हैं। किसी ने कहा ये सारे डॉक्यूमेंट दे दीजिए, आपने भेज दिए, तो वो डेटा भी मिसयूज होता है, चाहे वो आपका आधार कार्ड हो, पैन कार्ड हो, सेंसिटिव आइडेंटिटी कीज हो। जब भी कोई डेटा फिजिकल फॉर्म में आप किसी को दें या डिजिटल फॉर्म में, हमेशा उस पर लिखें किस पर्पज से दिया जा रहा है। ਮਾਰਕ ਜ਼ੁਕਰਬਰਗ ਨੇ ਵੀ ਮੰਨਿਆ ਹੈ ਕਿ ਫੇਸਬੁੱਕ ਮੈਸੇਂਜਰ ਤੁਹਾਡੇ ਵੱਲੋਂ ਆਪਣੇ ਦੋਸਤਾਂ ਨੂੰ ਭੇਜੇ ਗਏ ਸਾਰੇ ਲਿੰਕਸ ਤੇ ਤਸਵੀਰਾਂ ਨੂੰ ਆਟੋਮੈਟਿਕਲੀ ਸਕੈਨ ਕਰ ਲੈਂਦਾ ਹੈ। ਕੁਝ ਸ਼ੱਕੀ ਹੁੰਦਾ ਹੈ ਤਾਂ ਬਲੌਕ ਵੀ ਕਰ ਦਿੰਦਾ ਹੈ। ਯਾਨੀ ਫਰਜ਼ੀ ਖਬਰਾਂ ਜਾਂ ਇਲੀਗਲ ਕੰਟੈਂਟ ਨੂੰ ਫੈਲਣ ਤੋਂ ਤਾਂ ਇਹ ਰੋਕਦੇ ਨੇ, ਪਰ ਫੇਸਬੁੱਕ ਮੈਸੇਂਜਰ ਤਾਂ ਇਨਕ੍ਰਿਪਸ਼ਨ ਦੀ ਵੀ ਵਰਤੋਂ ਨਹੀਂ ਕਰਦਾ। ਨਿੱਜੀ ਸੁਨੇਹੇ ਨੂੰ ਪਲੇ ਟੈਕਸਟ ਮੀ ਸਰਵਿਸ ਤੇ ਸੇਵ ਕੀਤਾ ਜਾਂਦਾ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੁੰਦਾ। ਚਲੋ ਇੱਕ ਹੋਰ ਉਦਾਹਰਨ ਵੈਦਰ ਐਪ ਦਾ ਤੁਹਾਡੇ ਸਾਹਮਣੇ ਰੱਖਦੇ ਹਾਂ। ਤੁਸੀਂ ਵੀ ਵਰਤੋਂ ਕਰਦੇ ਹੋਵੋਗੇ ਮੌਸਮ ਦੀ ਜਾਣਕਾਰੀ ਲਈ ਸਾਰੇ ਵੈਦਰ ਐਪ ਜਿਵੇਂ ਐਕਿਊ ਵੈਦਰ ਐਪ ਆਦਿ। ਇਹ ਸਾਰੇ ਤੁਹਾਡੀ ਲੋਕੇਸ਼ਨ ਟਰੈਕ ਕਰਦੇ ਨੇ, ਜਿਵੇਂ ਜ਼ਰੂਰੀ ਵੀ ਨੇ ਇਹ ਜਾਣਨਾ ਕਿ ਤੁਸੀਂ ਕਿੱਥੇ ਹੋ ਤਾਂ ਉਹ ਤੁਹਾਨੂੰ ਦੱਸ ਸਕਣਗੇ ਮੌਸਮ ਦਾ ਹਾਲ। ਪਰ ਇਹ ਐਪ ਐਡਵਰਟਾਈਜ਼ਰਸ ਨੂੰ ਤੁਹਾਡੀ ਲੋਕੇਸ਼ਨ ਡਾਟਾ ਵੇਚਦੇ ਨੇ। ਇਸ ਵਿੱਚ ਸ਼ੇਅਰ ਹੋ ਜਾਂਦੀ ਹੈ ਸਾਰੀ ਜਾਣਕਾਰੀ ਕਿ ਤੁਸੀਂ ਕਿੱਥੇ ਹੋ, ਕੀ ਕੰਮ ਕਰਦੇ ਹੋ, ਕਿੱਥੇ ਟਰੈਵਲ ਕਰ ਰਹੇ ਹੋ, ਤੁਹਾਡਾ ਡਾਕਟਰ ਕੌਣ ਹੈ, ਤੁਸੀਂ ਕਿਹੜੇ ਜਿਮ ਜਾ ਰਹੇ ਹੋ। ਇਹ ਤੁਹਾਡੇ ਫੋਨ ਦੀ ਸੁਰੱਖਿਆ ਅਤੇ ਤੁਹਾਡੀ ਨਿੱਜਤਾ ਨੂੰ ਖਤਰੇ ਵਿੱਚ ਪਾ ਸਕਦੇ ਨੇ। बहुत सारे ऐसे प्लेटफॉर्म्स हैं आजकल, आपका मोबाइल नंबर और आपका पर्सनल इन्फॉर्मेशन दूसरों को भेजते हैं। वो अलग अलग तरीके से आजकल साइबर फ्रॉड हो रहे हैं। सो ज़्यादातर हमारा पर्सनल डिटेल्स शेयर मत कीजिए। ਬਾਕੀ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਅਲਾਰਮ ਦਾ ਐਪ ਆਪਣੀ ਮੋਬਾਈਲ 'ਚ ਇੰਸਟਾਲ ਕੀਤਾ ਹੈ, ਇਸ ਐਪ ਨੂੰ ਤੁਹਾਡੇ ਕੰਟੈਕਟ ਜਾਂ ਮਾਈਕ੍ਰੋਫੋਨ ਜਾਂ ਫਿਰ ਤੁਹਾਡੇ ਕੈਮਰੇ ਦੀ ਪਰਮਿਸ਼ਨ ਕਿਉਂ ਚਾਹੀਦੀ ਹੈ। ਇਸ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੁਣ ਪਤਾ ਹੈ ਨਾ ਕਰਨਾ ਕੀ ਹੈ। ਤੁਸੀਂ ਆਪਣੀਆਂ ਐਪ ਪਰਮਿਸ਼ਨ ਨੂੰ ਚੈੱਕ ਕਰੋ, ਜਿੱਥੇ ਜ਼ਰੂਰੀ ਨਹੀਂ ਹੈ ਉੱਥੇ ਸਾਰੀਆਂ ਪਰਮਿਸ਼ਨਾਂ ਨੂੰ ਹਟਾ ਲਵੋ। ਆਪਣੀ ਲੋਕੇਸ਼ਨ, ਮਾਈਕ੍ਰੋਫੋਨ, ਕੈਮਰਾ ਬੰਦ ਰੱਖੋ। ਜਦੋਂ ਜਿੱਥੇ ਲੋੜ ਹੋਵੇ ਤਾਂ ਉਦੋਂ ਹੀ ਪਰਮਿਸ਼ਨ ਦਿਓ। ਐਪਸ ਦੀ ਰਿਵਿਊ ਜ਼ਰੂਰ ਚੈੱਕ ਕਰੋ, ਕਿਉਂ ਜੋ ਐਪ ਡਾਊਨਲੋਡ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕਿ ਤੁਸੀਂ ਕੀ ਡਾਊਨਲੋਡ ਕਰ ਰਹੇ ਹੋ। ਇਸ ਲਈ ਚੈੱਕ ਦਾ ਰਿਵਿਊ ਤੇ ਹਾਂ, ਜਿਹੜੀ ਤੁਸੀਂ ਮਨਜ਼ੂਰੀ ਦੇ ਰਹੇ ਹੋ ਉਸ ਤੇ ਗੌਰ ਕਰੋ। ਤੁਹਾਡੀ ਮੋਬਾਈਲ ਦੀ ਟਾਰਚ ਨੂੰ ਤੁਹਾਡੀ ਲੋਕੇਸ਼ਨ ਦੀ ਕੀ ਲੋੜ ਹੈ। ਆਪਣੀਆਂ ਐਪਸ ਨੂੰ ਅਪਡੇਟਡ ਰੱਖੋ ਅਤੇ ਜੇ ਤੁਸੀਂ ਇਹ ਸਭ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਨੂੰ ਸੁਰੱਖਿਅਤ ਰੱਖਣ 'ਚ ਮਦਦ ਮਿਲੇਗੀ। ਵੈਸੇ ਬਹੁਤ ਸਾਰੇ ਫੇਕ ਐਪ ਨੇ ਜਿਹੜੇ ਤੁਹਾਨੂੰ ਲੁੱਟਣ ਲਈ ਹੀ ਬਣਾਏ ਜਾਂਦੇ ਨੇ। ਇਹ ਲੋਨ ਐਪ ਹੋ ਸਕਦੇ ਨੇ ਜਾਂ ਪੂੰਜੀਕਾਰੀ ਸੰਬੰਧੀ ਐਪਸ ਵੀ, ਅਤੇ ਅਜਿਹੇ ਕਿੰਨੇ ਸਾਰੇ ਐਪ ਸਰਕਾਰ ਨੇ ਬੈਨ ਵੀ ਕਰ ਦਿੱਤੇ ਨੇ। ਪਰ ਆਮ ਲੋਕ ਇਹਨਾਂ ਸਾਈਬਰ ਘੁਟਾਲੇਬਾਜ਼ਾਂ ਦੇ ਚੱਕਰ 'ਚ ਫਸਦੇ ਜਾਂਦੇ ਨੇ, ਜਿਵੇਂ ਇਹ ਕੇਸ। मुझे एक लोन अमाउंट की रिक्वायरमेंट थी, तो सोशल मीडिया साइट्स पर अपना स्क्रॉल करने लगी, तो वहाँ पर मुझे कुछ लोन ऐप्स के ऐड पॉपअप बार बार हो रहे थे। मैंने सोचा जस्ट मैं एक बार ऐसे इसको चेक करती हूँ कि ये क्या है। तो जैसे ही मैंने क्लिक करा वो एप्लीकेशन ऑटोमेटिकली मेरे पास इंस्टॉल हो गई। मेरा जो सोशल मीडिया अकाउंट पर ईमेल एड्रेस था उसने वहाँ से मेरा डिटेल सारी की सारी डाटा मेरा उस ऐप में ऑटोमेटिकली ट्रांसफ़र हो गया। फिर वो ऐप ओपन हुआ, मुझे कुछ वहाँ पे गड़बड़ लगी। मैंने उसको जब चेक करने लगा तो वहाँ से बैक जाने का ऑप्शन ही नहीं आ रहा था। और इतनी देर में ही, क्योंकि मेरा मोबाइल नंबर उससे कनेक्टेड है ईमेल एड्रेस से, तो मेरे मोबाइल नंबर पर मेरे पास एक अमाउंट ऑटोमेटिकली ट्रांसफ़र हो गया, जो कि मैंने कोई उस टाइम रिक्वायरमेंट नहीं देखी थी, ना मैंने उसमें कुछ सर्च करा। तो मुझे हैरानी हुई कि ये कैसे हुआ और अचानक से मतलब कैसे ऐसे हो सकता है। 3-4 दिन के बाद जब वो अमाउंट मेरे पास आ गया, उसके बाद मेरे पास बैक टू बैक अलग अलग कंट्री कोड से कभी व्हाट्सएप पे मुझे कॉल्स आ रही थी, कभी मुझे नॉर्मल नंबर पे कॉल्स आ रही थी। तो मैंने एक कॉल रिसीव करी, एक लड़का बात कर रहा था और वो बोलता है कि अगर मैंने वो अमाउंट रिपे नहीं करा तो वो मेरे फ़ोन के अंदर जितने भी कॉन्टैक्ट लिस्ट है
उस सब से एक व्हाट्सएप ग्रुप क्रिएट करेंगे। वो कह रहे थे कि मेरे फ़ोटोज़ एडिट करके उसके ऊपर अपलोड कर देंगे। और मैं ये सुनते के साथ ही मैं बहुत ज़्यादा डर गई, घबरा गई कि अचानक से ये कैसे हो सकता है। तो मैंने इमीडिएटली अपना फ़ोन जो था स्विच ऑफ कर दिया, और स्विच ऑफ करते के साथ ही मैंने अपने दूसरे नंबर से जो मेरे फैमिली मेम्बर्स में अवेलेबल थे उनके नंबर से मैंने 1930 उस पर कॉल करके अपनी कंप्लेंट जो है नोट कराई। वहाँ से मुझे बोला गया कि आपके एरिया के पास जो भी पुलिस स्टेशन है आप वहाँ पे जा कर के अपनी कंप्लेंट नोट कराइए। तो मैं इमीडिएटली वहाँ पर गई। वहाँ पर जाने के बाद मुझे पता चला कि मेरे जैसे ही वहाँ पर और भी केसेस ऑलरेडी बैठे हुए थे। जब मैंने अपनी पूरी कंप्लेंट नोट करा दी वहाँ पर, तो उन्होंने मुझे सजेस्ट करा कि आप कुछ टाइम के लिए अपना ये मोबाइल नंबर डीएक्टिवेट कर दीजिए या फिर आप अपना नंबर चेंज कर दीजिए, क्योंकि अगर हम उनको रीपे भी कर देंगे अमाउंट जो वो डिमांड कर रहे हैं, अगर हम उनको वो भी सेंड कर देते हैं तो इसी तरीके से वो धीरे धीरे बढ़ाते जाएंगे और आप उनको ट्रैक नहीं कर सकते, क्योंकि वो हर सेकंड में अलग अलग नंबर यूज़ करके जिस तरह से मुझे कांटेक्ट करने की कोशिश कर रहे थे, उस सब से मुझे बहुत ज़्यादा घबराहट हो रही थी कि मैं इस ट्रैप से मैं कैसे बच पाऊँगी। मुझे इस चीज़ से ये समझ में आया कि ऐसे किसी भी चीज़ पे हम लोग जब स्क्रॉल कर रहे होते हैं तो हम क्लिक करने से पहले 10 बार सोचना चाहिए। ਹੁਣ ਪ੍ਰੋਗਰਾਮ 'ਚ ਅਸੀਂ ਗੱਲ ਕਰਨ ਵਾਲੇ ਹਾਂ ਫੇਕ ਵੈਬਸਾਈਟ ਦੀ। ਅਸੀਂ ਆਮ ਤੌਰ ਤੇ ਆਪਣਾ ਡਿਜੀਟਲ ਕੰਮ ਆਨਲਾਈਨ ਹੀ ਕਰਦੇ ਹਾਂ ਤੇ ਇਸ ਦੇ ਲਈ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਵੈਬਸਾਈਟ ਦੀ ਵਰਤੋਂ ਵੀ ਕਰਦੇ ਹਾਂ। ਪਰ ਜੇ ਵੈਬਸਾਈਟ ਹੀ ਝੂਠੀ ਨਿਕਲੇ ਤਾਂ फेक ਵੈਬਸਾਈਟ ਬਣਾ ਕੇ ਸਾਈਬਰ ਅਪਰਾਧੀ ਤੁਹਾਡੇ ਨਾਲ ਠੱਗੀ ਠੋਰੀ ਕਰਨ ਦਾ ਯਤਨ ਕਰਦੇ ਨੇ। ਘੋਟਾਲੇਬਾਜ਼ ਜਿਹੜੀਆਂ ਅਸਲ ਵੈਬਸਾਈਟਾਂ ਹੁੰਦੀਆਂ ਨੇ ਹੂਬਹੂ ਉਸੇ ਤਰ੍ਹਾਂ ਦੀ ਹੀ ਵੈਬਸਾਈਟ ਬਣਾ ਲੈਂਦੇ ਨੇ ਤਾਂ ਜੋ ਤੁਹਾਡੀਆਂ ਸੰਵੇਦਨਸ਼ੀਲ ਜਾਣਕਾਰੀ ਜਾਂ ਮਾਲੀ ਲੈਣ ਦੇਣ ਦੀ ਜਾਣਕਾਰੀ ਤੋਂ ਹਾਸਲ ਕਰ ਸਕਣ ਜਾਂ ਫਿਰ ਕੋਈ ਲਿੰਕ ਭੇਜ ਕੇ ਮੈਲਵੇਅਰ ਡਾਊਨਲੋਡ ਕਰ ਸਕਣ ਅਤੇ ਤੁਸੀਂ ਜਦੋਂ ਇਹਨਾਂ ਨਕਲੀ ਵੈਬਸਾਈਟਾਂ ਨੂੰ ਅਸਲੀ ਮੰਨ ਕੇ ਲੌਗਇਨ ਕਰਦੇ ਹੋ ਤਾਂ ਇਹ ਤੁਹਾਡੀ ਲੌਗਇਨ ਡਿਟੇਲ ਚੁਰਾ ਲੈਂਦੇ ਨੇ ਅਤੇ ਤੁਸੀਂ ਇਹਨਾਂ ਫੇਕ ਵੈਬਸਾਈਟ ਤੇ ਦਿੱਤੇ ਗਏ ਫੋਨ ਨੰਬਰ ਜਾਂ ਹੈਲਪਲਾਈਨ ਨੰਬਰ ਤੇ ਫੋਨ ਕਰਦੇ ਹੋ ਤਾਂ ਸਿੱਧੇ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਹੋ। पहले बोलते थे एक लॉक का की आ गया तो वो सिक्योर्ड है, मगर वो लॉक किए तो आप सिक्योर्ड नहीं है आजकल, क्योंकि गूगल वगैरह ऐसे प्लेटफॉर्म से कोई भी आप सर्च कर लिया तो गूगल को ज़्यादा पैसा दे दिया, उनका ऐड पहले आ जाता है। सो इसीलिए आप कोई भी वेबसाइट करने से पहले उसका डोमाइन नेम अच्छे से चेक कर लीजिए, भले ही वो सिक्योर्ड हो। ਹੁਣ ਕਿਸ ਤਰ੍ਹਾਂ ਨਾਲ ਇਹ ਵੈਬਸਾਈਟ ਕੰਮ ਕਰਦੀਆਂ ਨੇ? ਫਿਸ਼ਿੰਗ ਵੈਬਸਾਈਟ ਹੋ ਸਕਦੀਆਂ ਨੇ ਜਿੱਥੇ ਈਮੇਲ ਦੀ ਰਾਹੀਂ ਨਕਲੀ ਸਾਈਟ ਤੇ ਲਿੰਕ ਭੇਜੇ ਜਾਂਦੇ ਨੇ। ਤੁਸੀਂ ਇਹਨਾਂ ਤੇ ਕਲਿੱਕ ਕਰਦੇ ਹੋ ਤਾਂ ਸਿੱਧੇ ਫਿਸ਼ਿੰਗ ਵੈਬਸਾਈਟ ਤੇ ਪਹੁੰਚ ਜਾਂਦੇ ਹੋ, ਜਿਹੜੇ ਉਦਾਹਰਨ ਦੇ ਤੌਰ ਤੇ ਪੇਪਾਲ ਵੀ ਹੋ ਸਕਦੇ ਨੇ, ਜਿਹੜੀ ਬਿਲਕੁਲ ਇਸ ਵੈਬਸਾਈਟ ਦੇ ਵਰਗੀ ਹੀ ਲੱਗਦੀ ਹੈ। ਜਿਵੇਂ ਤੁਸੀਂ ਇੱਥੇ ਆਪਣਾ ਪਾਸਵਰਡ, ਕ੍ਰੈਡਿਟ ਕਾਰਡ ਨੰਬਰ ਲਗਾਉਂਦੇ ਹੋ ਤਾਂ ਸਕੈਮ ਦਾ ਸ਼ਿਕਾਰ ਹੋ ਜਾਂਦੇ ਹੋ। ਇਸੇ ਤਰ੍ਹਾਂ ਨਾਲ ਫੇਕ ਵੈਬਸਾਈਟ ਡਾਊਨਲੋਡ ਜਾਂ ਸੌਫਟਵੇਅਰ ਅਪਡੇਟ ਦੀ ਮਦਦ ਨਾਲ ਮੈਲਵੇਅਰ ਯਾਨੀ ਕਿ ਨੁਕਸਾਨ ਪਹੁੰਚਾਉਣ ਵਾਲੇ ਸੌਫਟਵੇਅਰ ਤੁਹਾਡੇ ਵੀਡੀਓਜ਼ ਇੰਸਟਾਲ ਕਰਵਾ ਦਿੰਦੇ ਨੇ ਤੇ ਕਲੋਨ ਵੈਬਸਾਈਟ ਬੈਂਕ ਜਾਂ ਬੀਮਾ ਕੰਪਨੀਆਂ ਜਾਂ ਸਰਕਾਰੀ ਵੈਬਸਾਈਟ ਦੇ ਰੂਪ ਵਿੱਚ ਪੇਸ਼ ਹੁੰਦੀਆਂ ਨੇ। ਕੋਈ ਵੀ ਕਹਾਣੀ ਬਣਾ ਕੇ ਤੁਹਾਡੇ ਤੋਂ ਪਾਸਵਰਡ ਤੇ ਹੋਰ ਜ਼ਰੂਰੀ ਜਾਣਕਾਰੀ ਹਾਸਲ ਕਰਦੇ ਨੇ। ਔਰ ਇਹ ਨਕਲੀ ਈ-ਕਾਮਰਸ ਵੀ ਵੈਬਸਾਈਟ ਹੋ ਸਕਦੀਆਂ ਨੇ ਜਿਹੜੀਆਂ ਦਿਲ ਖਿੱਚਵੇਂ ਆਫਰ, ਲੁਭਾਵਨੇ ਸ਼ਾਰਟਸ ਤੇ ਆਫਰ ਦਿਖਾ ਕੇ ਤੁਹਾਨੂੰ ਲਾਲਚ ਪਾਉਂਦੀਆਂ ਨੇ। ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ ਪਰ ਮਿਲਦਾ ਹੈ ਕਿ ਫਰਾਡ। ਕਈ ਵਾਰ ਤਾਂ ਟੈਕਨੀਕਲ ਐਰਰ ਦੇ ਨਾਂ ਤੇ ਵੀ ਤੁਹਾਡੀ ਸਕਰੀਨ ਤੇ ਮੈਸੇਜ ਆਉਂਦਾ ਹੈ ਤੁਹਾਡਾ ਕੰਪਿਊਟਰ ਮੈਲਵੇਅਰ ਨਾਲ ਕਰਪਟ ਹੋ ਗਿਆ ਹੈ। ਮਦਦ ਲੈਣ ਲਈ ਲਿੰਕ ਡਾਊਨਲੋਡ ਕਰੋ, ਨਹੀਂ ਤਾਂ ਸਾਰਾ ਡਾਟਾ ਕਰਪਟ ਹੋ ਜਾਵੇਗਾ। ਔਰ ਹਾਂ, ਪੌਪਅਪ ਤੇ ਬਿਲਕੁਲ ਕਲਿੱਕ ਨਾ ਕਰੋ। ਜਿਵੇਂ ਇਹ ਪੌਪਅਪ ਵਧਾਈ ਹੋਵੇ, ਤੁਸੀਂ ਅੱਜ ਦੇ ਲੱਕੀ ਵਿਜ਼ਿਟਰ ਹੋ। पूरा इनाम हासिल करने लिए टैक्स का भुगतान करो या फिर कोई निजी जानकारी दो, पर सच ये है कि कोई इनाम नहीं हुंदा। वैसे इन्हां घोटालेबाज़ां ने तां सुप्रीम कोर्ट दी भी फेक वैबसाइट बना लई सी। किन्ने ही लोकां नूं फेक समन, जाली वारंट तक पेश दिते गए, पर इस नूं छेती ही हटा लिया गया। तां वड्डा सवाल ये है कि किवें पहचानिए कि वैबसाइट सेफ है या नहीं। ਮਾਹਿਰਾਂ ਦਾ ਕਹਿਣਾ ਹੈ ਕਿ ਡੋਮੇਨ ਦਾ ਨਾਂ ਅਤੇ URL ਜ਼ਰੂਰ ਦੇਖ ਲਵੋ। ਜਿਵੇਂ facebook.com 'ਚ ਉਹ ਦੀ ਜਗ੍ਹਾ ਜ਼ੀਰੋ ਲਗਾ ਕੇ ਤੁਹਾਨੂੰ ਫਸਾ ਲਿਆ ਜਾਂਦਾ ਹੈ।
ਵੈਬ ਐਡਰੈਸ ਬਾਰ 'ਚ http ਦੀ ਥਾਂ ਤੇ https ਹੋਵੇ ਤਾਂ ਵਧੀਆ ਹੈ। ਸ਼ਾਇਦ ਇਸ ਦਾ ਵੀ ਤੋੜ ਅਪਰਾਧੀਆਂ ਦੇ ਕੋਲ ਹੈ। ਜਾਣਦੇ ਹਾਂ ਮਾਹਿਰਾਂ ਤੋਂ। आजकल क्रिमिनल्स बहुत स्मार्ट हो गए हैं। आजकल कोई भी फिशिंग लिंक HTTP नहीं होता, सारे HTTPS होते हैं। तो मेरे पास जितने केसेस आ रहे हैं सारे HTTPS हैं। वो सिक्योर शेल सर्टिफिकेशन ले लेते हैं और किसी भी कंट्री से लिया जा सकता है। देखिए, ये जो प्रॉब्लम है इंटरनेट वर्ल्ड की ये है कि जो वेबसाइट है वो रोमानिया में होस्टेड है और वहाँ से उसका HTTPS सर्टिफिकेशन लिया गया, तो वो इंडिया में भी ओपन होगी वेबसाइट। अब आपको ये नहीं पता होता कि बिकॉज ऑफ HTTPS हमें उस पर ब्लाइंडली ट्रस्ट नहीं करना है, हमें और भी पैरामीटर्स चेक करने हैं, तभी हम उस पर कोई एक्शन लें। ਜੇਕਰ ਤੁਸੀਂ ਸੋਚ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਪਹਿਚਾਣੀਏ ਕਿ ਵੈਬਸਾਈਟ ਫੇਕ ਨਹੀਂ ਹੈ ਤਾਂ ਇਸ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਹੋਇਜ਼ ਡੋਮੇਨ ਟੂਲਸ ਤੇ ਜਾਓ। ਇੱਥੇ URS ਪਾਉਣ ਦੇ ਨਾਲ ਤੁਹਾਨੂੰ ਵੈਬਸਾਈਟ ਦੇ ਬਾਰੇ ਚ ਸਾਰੀ ਜਾਣਕਾਰੀ ਮਿਲ ਜਾਵੇਗੀ ਕਿ ਇਹ ਵੈਬਸਾਈਟ ਕਿਸ ਦੇ ਨਾਂ ਤੇ ਹੈ, ਕਦੋਂ ਬਣੀ ਸੀ। ਇਸ ਨਾਲ ਤੁਸੀਂ ਸਮਝ ਜਾਓਗੇ ਕਿ ਜੇ ਕੋਈ ਵੈਬਸਾਈਟ ਕੁਝ ਹਫ਼ਤੇ ਜਾਂ ਕੁਝ ਮਹੀਨੇ ਪਹਿਲਾਂ ਹੀ ਜ਼ਾਹਰ ਹੈ ਕਿ ਇਹ ਫੇਕ ਹੀ ਹੈ। ਇਸੇ ਤਰ੍ਹਾਂ ਨਾਲ ਬਹੁਤ ਸਾਰੀਆਂ ਸਰਕਾਰੀ ਵੈਬਸਾਈਟਾਂ ਵੀ ਨੇ ਜਿਨ੍ਹਾਂ ਨੂੰ ਨਕਲੀ ਬਣਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਜਿਹੜੀਆਂ ਹਰਮਨ ਪਿਆਰੀਆਂ ਯੋਜਨਾਵਾਂ ਜਿਵੇਂ ਆਯੁਸ਼ਮਾਨ ਕਾਰਡ, PM ਕਿਸਾਨ ਸਨਮਾਨ ਨਿਧੀ ਯੋਜਨਾ, ਇਨ੍ਹਾਂ ਯੋਜਨਾਵਾਂ ਦੇ ਨਾਂ ਤੇ ਸਬਸਿਡੀ ਦੇਣ, ਮੁਫਤ ਚ ਸਮਾਨ ਆਦਿ ਦੇਣ ਵਰਗੇ ਲਾਲਚ ਇਨ੍ਹਾਂ ਵੈਬਸਾਈਟਾਂ ਤੇ ਦਿੱਤੇ ਜਾਂਦੇ ਨੇ ਅਤੇ ਮਗਰੋਂ ਰਜਿਸਟ੍ਰੇਸ਼ਨ ਜਾਂ ਕਾਗਜ਼ਾਂ ਦੀ ਸ਼ਨਾਖਤ ਦੇ ਨਾਂ ਤੇ ਤੁਹਾਡੇ ਤੋਂ ਪੈਸੇ ਲੁੱਟ ਲਏ ਜਾਂਦੇ ਨੇ। ਇਸ ਲਈ ਤੁਹਾਨੂੰ ਧਿਆਨ ਦੇਣਾ ਹੈ ਕਿ ਤੁਸੀਂ ਜਿੰਨੀਆਂ ਵੈਬਸਾਈਟਾਂ ਸਰਕਾਰ ਦੀਆਂ ਅਸਲੀ ਹੁੰਦੀਆਂ ਨੇ ਉਹ .in ਜਾਂ .org ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਸਾਈਟਾਂ ਨੂੰ ਚੈੱਕ ਕਰਨਾ ਹੈ ਅਤੇ ਹਾਂ .gov.in ਵਾਲੀਆਂ ਜਿਹੜੀਆਂ ਵੈਬਸਾਈਟਾਂ ਨੇ ਉਹੀ ਸਰਕਾਰੀ ਵੈਬਸਾਈਟਾਂ ਹੁੰਦੀਆਂ ਨੇ। ਤੁਸੀਂ @PIB ਫੈਕਟ ਚੈੱਕ ਤੇ ਵੀ ਪੋਸਟ ਕਰਕੇ ਵੈਬਸਾਈਟ ਨੂੰ ਵੈਰੀਫਾਈ ਕਰ ਸਕਦੇ ਹੋ। ਅਤੇ ਹਾਂ, ਅਸ਼ੋਕ ਚੱਕਰ ਜਾਂ ਸਵੱਛ ਭਾਰਤ ਦਾ ਨਿਸ਼ਾਨ ਦਾ ਮਤਲਬ ਇਹ ਨਹੀਂ ਹੈ ਕਿ ਵੈਬਸਾਈਟ असली है, फेक भी हो सकती है। जितने भी फेक ऐप्स हैं या फेक URLs हैं या फेक वेबसाइट्स हैं, ज़्यादातर जो क्राइम्स आ रहे हैं, फाइनेंशियल फ्रॉड्स, बहुत ज़्यादा क्राइम इनके कारण जो इनका आउटकम है वो है जैसे कोई डमी वेबसाइट हो गई या आप कोई वेबसाइट देख रहे हैं जो आपको लगा फ्रॉड है बट उसके ऊपर आप फंसते तब हैं, कोई ऐसी एडवर्टाइजमेंट आई जो आपने क्लिक किया और फॉलो किया उसको। फेक वेबसाइट हैं या फेक URL हैं या फेक ऐप्स हैं, तो इन 3 चीज़ों पे हमारी मॉनिटरिंग रेगुलर रहती है। अलग अलग हमारी टीम्स हैं जो इसको मॉनिटर करती हैं, एनालाइज करती हैं कि ये फ़ेक है तो कहाँ से ओरिजिनेट हो रहा है, और इसकी कांस्टेंट रिपोर्टिंग रहती है क्योंकि हर रोज़ कम से कम 200 से 500 नए लिंक जनरेट हो जाते हैं जो फ़ेक हैं। कोई भी सिटीज़न किसी तरह का URL देखता है या कोई ऐप देखता है या कोई फ़ोन नंबर देखता है, वो एक सस्पेक्ट उसे लगता है कि ये सस्पिशियस इसकी है, संदिग्ध इसकी एक्टिविटी है, तो वो पोर्टल पे रिपोर्ट कर सकता है और उसको हमारी टीम बैठकर उसको एनालाइज करती है और हम इंश्योर करते हैं कि अगर ये सच में ये चीज़ें निकल रही हैं हमारे एनालिसिस उसके बाद, तो वी इंश्योर कि उसका टिक डाउन हो जाए। तो ये सारी एक्टिविटी एक पूरा प्रॉपर सिस्टम बना हुआ है। प्रोग्राम च हुण आओ गल करदे आ SMS दी, क्यों जो अजकल धोखाधड़ी का आम जरिया बन गए ने स्पैम सुनेहे जिहड़े हज़ारां दी गिनती च भेजे जाते हैं। स्पैम करन वालियां नूं पता हुंदा है कि ज़्यादातर लोग SMS रिसीव कर सकते हैं, पर वो ये नहीं जानते कि फेक SMS की पहचान किद्दां करिए। एक सफल स्पैम दे लई उन्हां नूं हज़ारां SMS भेजण ते भी कोई गुरेज नहीं हुंदा। तुहानूं फसाउण दे लई कई तरह के मैसेज भेजे जाते हैं। ये सारे अनजान लोकां तों आउंदे ने, पर असीं इन्हां ते भरोसा कर लैंदे ने। जिवें बीमा पॉलिसी रिफंड का मैसेज तुहाडी लैप्स होई बीमा पॉलिसी का रिफंड 1 लाख रुपए आया, इसनूं हासिल करने लिए कृपा हेठां दिते गए लिंक ते क्लिक करो। इसे तरह इनाम का लालच वधाई होवे, तुसी विजेता हो, तुसी साडे कॉन्टेस्ट च इनाम जीत्या है, पुरस्कार हासिल करना चाहते हो तो इसका जवाब दिओ। फेक रिफंड का मैसेज भी आ सकता है। फ्लिपकार्ट ते तुसी जिहड़ा सामान खरीदिया सी उस च गलती नाल पैसे ज्यादा ले ले गए ने, पैसे वापस भेजने कृपा कोड शेयर करो, पर कुछ आएगा नहीं, सब कुछ चला जाएगा। इसी तरह अकाउंट वेरीफाई करने वाले मैसेज भी आते हैं। तुहाडे कार्ड तो इस तारीख नूं कीते गए इस ऑर्डर नंबर लिए किन्ने पैसे चार्ज किए गए। जेकर तुसी ऑर्डर नहीं किया तो फौरन तुहानूं हेठां दिते गए लिंक राही सूचित करो। इसे जानकार दे नाम ते भी मदद का मैसेज आ सकदा। हेलो निकिता, मैं विपन हाँ, मासी नूं डॉक्टर दे कोल लेके आया, मेरा कार्ड इस हस्पताल विच काम नहीं कर रहा, प्लीज 80,000 रुपए इस नंबर ते भेज दिओ, कल तुहाडे अकाउंट भेज देवांगा। नेटवर्क प्रॉब्लम है, फोन लग नहीं रहा। अजिहे निजी सुनेहे भी आ सकते हैं, जां फिर तुहाडा ऑर्डर साडे कोरियर सेंटर ते आ गया है, पर तुहाडा पैकेज डिलीवर करन तो पहला तुहाडी जानकारी दी पुष्टि
ਕਰਨੀ ਹੈ, ਲਿੰਕ ਦਿੱਤਾ ਜਾਵੇਗਾ। ਸਾਡੇ ਵਰਗੇ ਕਈ ਲੋਕ ਇਸ ਤਰ੍ਹਾਂ ਦੇ ਸੁਨੇਹੇ 'ਚ ਫਸ ਜਾਂਦੇ ਨੇ, ਹੋਰ ਨਹੀਂ ਤਾਂ ਘਰ ਦੇ ਵੱਡੇ ਬਜ਼ੁਰਗ ਅਣਜਾਣੇ ਵਿੱਚ ਹੀ ਇਸੇ ਤਰ੍ਹਾਂ ਦੇ ਮੈਸੇਜ ਦਾ ਜਵਾਬ ਦੇ ਦਿੰਦੇ ਨੇ, ਜਿਸ ਤੋਂ ਬਾਅਦ ਜਾਂ ਤਾਂ ਤੁਹਾਡੇ ਫੋਨ 'ਚ ਮੈਲਵੇਅਰ ਇੰਸਟਾਲ ਹੋ ਜਾਵੇਗਾ, ਜਿਸ ਨਾਲ ਉਹ ਤੁਹਾਡੀ सारी जानकारी हासिल कर लेंगे या फिर बैंक खाते चो पैसे निकल जाते नहीं। देखिए SMS भी बहुत आते हैं, मार्केटिंग SMS। अभी एक कोई कंपनी है जिसके ऊपर काफ़ी हैवी पेनल्टी लगी क्योंकि जितने ये थ्रेटनिंग मैसेजेस जा रहे थे कि आपकी बिजली का बिल बकाया है, बिजली कट जाएगी रात को 9 बजे, और उसके बाद लोग कॉल करते थे और फंस जाते थे, RTO के चालान वाले मैसेज जाते थे, ये सारे उस कंपनी के थ्रू ब्रॉडकास्ट होते थे। उस कंपनी पर फिर जांच हुई और उसको बंद कर दिया गया लाइसेंस। तो SMS चेक करने के लिए भारत सरकार का अपना एक पोर्टल है जहां पर आप किसी भी SMS शॉर्ट कोड को चेक कर सकते हैं। कोई भी गवर्नमेंट या ऑथेंटिक जो बॉडी है वो आपको मोबाइल नंबर से मैसेज नहीं भेजेगी, उसका एक डेजिग्नेटेड शॉर्ट कोड होता है। बैंक का अलर्ट आता है तो एक शॉर्ट कोड होता है, आप उस शॉर्ट कोड को उस पोर्टल पर डालेंगे, सर्च करेंगे तो बता देगा कि ये किसने रजिस्टर कराया था, कौन इसका ओनर है। वैसे ਜਦੋਂ ਵੀ ਤੁਹਾਡੇ ਫੋਨ ਤੇ ਕੋਈ OTP ਆਉਂਦਾ ਹੈ ਤਾਂ ਕੀ ਤੁਸੀਂ ਉਸ ਦਾ ਪੂਰਾ ਮੈਸੇਜ ਪੜ੍ਹਦੇ ਹੋ ਕਿ OTP ਕਿਉਂ ਆਇਆ ਹੈ? ਨਹੀਂ ਨਾ। ਜਦੋਂ ਵੀ OTP ਆਵੇ ਤਾਂ ਉਸ ਨੂੰ ਠੀਕ ਤਰ੍ਹਾਂ ਨਾਲ ਪੜ੍ਹ ਲਵੋ ਤਾਂ ਕਿ ਪਤਾ ਲੱਗੇ ਕਿ OTP ਆਇਆ ਕਿਉਂ ਹੈ। ਗਲਤੀ ਤਾਂ ਹੁੰਦੀ ਹੈ ਜਦੋਂ ਬਿਨਾਂ ਮੈਸੇਜ ਪੜ੍ਹੇ ਕਿਸੇ ਨੂੰ OTP ਦੱਸ ਦਿੰਦੇ ਹੋ। ਇਸ ਨਾਲ ਠੱਗ ਤੁਹਾਨੂੰ ਹਜ਼ਾਰਾਂ ਲੱਖਾਂ ਦਾ ਚੂਨਾ ਲਗਾ ਦਿੰਦੇ ਨੇ। ਵੈਸੇ ਹੁਣ ਆਨਲਾਈਨ ਠੱਗੀ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਭੁਗਤਾਨ ਪ੍ਰਕਿਰਿਆ 'ਚ ਬਦਲਾਅ ਕੀਤਾ ਜਾ ਰਿਹਾ। ਹੁਣ ਤੱਕ ਸਿਰਫ OTP ਨਾਲ ਭੁਗਤਾਨ ਕੀਤਾ ਜਾ ਰਿਹਾ ਸੀ, ਦੋਹਰੇ ਵੈਰੀਫਿਕੇਸ਼ਨ ਦੀ ਲੋੜ ਪਵੇਗੀ। ਪਿਨ ਬਾਇਓਮੈਟ੍ਰਿਕ ਆਦਿ ਕੁਝ ਇਹਤਿਆਤੀ ਕਦਮ ਸਰਕਾਰ ਚੁੱਕ ਰਹੀ ਹੈ, ਪਰ ਕਿਸ ਤਰ੍ਹਾਂ ਨਾਲ ਬਚੀਏ? ਇਨ੍ਹਾਂ SMS ਤੋਂ ਅਣਜਾਣ ਵਿਅਕਤੀ ਦਾ ਜੇ ਕੋਈ ਮੈਸੇਜ ਆਇਆ ਹੈ ਤਾਂ ਉਸ ਨੂੰ ਫੇਕ ਮੰਨ ਲਓ। ਟੈਕਸਟ 'ਚ ਜੇ ਕੋਈ ਗਲਤੀਆਂ ਨੇ ਤਾਂ ਉਹ ਫੇਕ ਹੈ। ਜੇ ਮੈਸੇजेस ਵਿੱਚ ਕੁਝ ਐਕਸ਼ਨ ਦੀ ਗੱਲ ਹੋ ਰਹੀ ਹੈ ਤਾਂ ਜਲਦੀ ਕਰੋ, ਫੌਰਨ ਐਕਸ਼ਨ ਲਓ ਤਾਂ ਉਹ ਵੀ ਫੇਕ ਨੇ। ਕਿਸੇ ਆਰਡਰ ਦਾ ਮੈਸੇਜ ਜਿਹੜਾ ਤੁਸੀਂ ਕੀਤਾ ਹੀ ਨਹੀਂ ਹੈ ਤਾਂ ਉਹ ਫੇਕ ਹੈ। ਕੋਡ ਆਇਆ ਹੈ ਪਰ ਤੁਸੀਂ ਨਹੀਂ ਮੰਗਿਆ ਤਾਂ ਮੈਸੇਜ ਫੇਕ। ਕਿਸੇ ਅਸਾਧਾਰਨ ਨੰਬਰ ਤੋਂ ਜੇ ਕੋਈ ਮੈਸੇਜ ਆਇਆ ਤਾਂ ਉਹ ਫੇਕ ਹੈ। ਵਿਦੇਸ਼ 'ਚ ਬੈਠ ਕੇ ਵੀ ਭੇਜੇ ਜਾਂਦੇ ਨੇ ਫੇਕ ਮੈਸੇਜ, ਤੇ ਜੇ ਤੁਸੀਂ ਇਹ ਸਾਵਧਾਨੀ ਵਰਤਦੇ ਹੋ ਤਾਂ ਤੁਸੀਂ ਇਹਨਾਂ ਧੋਖੇਬਾਜ਼ਾਂ ਦੀ ਠੱਗੀ ਤੋਂ ਬਚ ਸਕਦੇ ਹੋ। ਇਹਨਾਂ ਦੀ ਠੱਗੀ ਤੋਂ ਬਚ ਸਕਦੇ ਆ, ਇਹਨਾਂ ਤੋਂ ਬਚਾਵ ਕਰ ਸਕਦੇ ਹੋ। ਸਾਈਬਰ ਦੀ ਦੁਨੀਆ ਨਾਲ ਜੁੜੀਆਂ ਕਿਹੜੀਆਂ ਰਹੀਆਂ ਵੱਡੀਆਂ ਖਬਰਾਂ ਆਓ ਤੁਹਾਨੂੰ ਵਿਖਾਉਂਦੇ ਆ ਨਿਊਜ਼ਲੈਂਡਸ 'ਚ। हैदराबाद का 22 वर्षीय व्यक्ति ऑनलाइन नया सूट खरीदने की तलाश में घोटाले का शिकार हो गया और 1 लाख रुपए गवा दिए। अपराधियों ने ऑनलाइन पेमेंट के लिए पीड़ित को एक लिंक भेज क्रेडिट कार्ड का विवरण दर्ज करने के लिए कहा। डिटेल्स दर्ज करते ही पीड़ित के कार्ड से 1 लाख रुपए कट गए। कर्नाटक के एक पुस्तक विक्रेता से साइबर ठगों ने कथित रूप से 56 लाख रुपए की ठगी कर ली। पीड़ित को व्हाट्सएप मैसेज पर एक ऑनलाइन असाइनमेंट की जानकारी दी गई और साइबर अपराधियों ने इसी के नाम पर 56 लाख रुपए ठग लिए। पुणे के 71 वर्षीय बुजुर्ग ने 800 रुपए में ऑनलाइन खरीदा गया फोन चार्जर वापस करना चाहा। ई-कॉमर्स प्लेटफॉर्म के कस्टमर केयर नंबर पर किया कॉल, नंबर निकला फर्जी। साइबर अपराधियों ने मांगे कई OTP, शेयर करने पर खाते से उड़ाए 5,30,000 रुपए। बेंगलुरु में एक इंजीनियर को बॉस से व्हाट्सएप मैसेज मिला कि कॉन्फ्रेंस कॉल मीटिंग में व्यस्त हूँ, एक काम करो, भारत में ग्राहकों को कुछ गिफ्ट कार्ड देने हैं। इंजीनियर ने खरीदे 4,35,000 रुपए के गिफ्ट वाउचर कोड किए शेयर। HR डिपार्टमेंट से पता चला कि हुआ है ऑनलाइन गिफ्ट कार्ड स्कैम। जोधपुर की एक गृहिणी के फोन पर YouTube चैनल पर ट्रेडिंग सिखाने के विज्ञापन का लिंक आया, जिस पर क्लिक करके उसने व्हाट्सएप ग्रुप ज्वाइन किया और अपराधियों ने उनके खाते से 31.25 लाख रुपए की ठगी कर ली। ਇਹ ਪ੍ਰੋਗਰਾਮ ਹੈ ਤੁਹਾਡੇ ਲਈ, ਤਾਂ ਜੁੜੋ ਸਾਡੇ ਨਾਲ। ਆਪਣਾ ਫੀਡਬੈਕ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਡਾ ਈਮੇਲ ID cyberalert.ddnews@gmail.com। ਹਾਂ, #cyberalert_with_ddnews ਨੂੰ ਵੀ ਜ਼ਰੂਰ ਫੋਲੋ ਕਰੋ। ਹਰ ਰੋਜ਼ ਹਜ਼ਾਰਾਂ ਲੋਕਾਂ ਦੇ ਨਾਲ ਸਾਈਬਰ ਫਰਾਡ ਹੋ ਰਹੇ ਨੇ। ਅਗਲਾ ਨੰਬਰ ਤੁਹਾਡਾ ਹੋ ਸਕਦਾ ਹੈ, ਇਸ ਲਈ ਜੇ ਰਹਿਣਾ ਚਾਹੁੰਦੇ ਹੋ ਸੁਰੱਖਿਅਤ ਤਾਂ ਰਹਿਣਾ ਪਵੇਗਾ ਸਾਈਬਰ ਅਲਰਟ।